ਪੀਐਸ ਟੈਟ ਜਦੋਂ ਕੰਡਕਟ ਹੀ ਨਹੀਂ ਕਰਵਾਇਆ ਗਿਆ ਤਾਂ ਅਸੀਂ ਪੀਐਸ ਟੈਟ ਕਿੱਥੋਂ ਲੈ ਕੇ ਆ ਸਕਦੇ ਹਾਂ। ਤਾਂ ਫਿਜ਼ੀਕਲ ਐਜੂਕੇਸ਼ਨ ਦੀਆਂ ਜਿੰਨੀਆਂ ਪੰਜਾਬ ਦੇ ਵਿੱਚ ਕੋਰਸ ਨੇ ਸੀਪੀਐਡ, ਬੀਪੀਐਡ, ਐਮਪੀਐਡ, ਪੀਐਚਡੀ ਜਾਂ ਜਿੰਨੇ ਵੀ ਕਾਲਜ ਨੇ, ਯੂਨੀਵਰਸਿਟੀਆਂ ਨੇ, ਉਹ ਜ਼ੀਰੋ ਨੇ, ਕਿਉਂਕਿ ਫਿਰ ਤਾਂ ਬੀਐਡ ਕਰਕੇ ਹੀ ਇੱਕ ਬੰਦਾ ਡੀਪੀ ਲੱਗ ਰਿਹਾ ਹੈ। ਤੇ ਅਸੀਂ ਜਿਨ੍ਹਾਂ ਨੇ 2-2 ਸਾਲ 4-4 ਸਾਲ ਗਰਾਊਂਡਾਂ ਦੇ ਵਿੱਚ ਵੀ ਮਿਹਨਤ ਕਰੀ ਹੈ ਤੇ ਆਪਣਾ ਪੜ੍ਹਾਈ ਸਟੱਡੀ ਕਰਕੇ ਵੀ ਆਪਣਾ ਨੰਬਰ ਲਿਆ ਤਾਂ ਸਾਨੂੰ ਇਹ ਜ਼ੀਰੋ ਕਰ ਰਹੇ ਨੇ। ਜਦੋਂ ਅਸਾਮੀਆਂ ਨਿਕਲਦੀਆਂ ਨੇ ਤੁਹਾਡੇ ਵੱਲੋਂ ਪੇਪਰ ਦਿੱਤਾ ਜਾਂਦਾ ਹੈ, ਵੈਰੀਫਿਕੇਸ਼ਨ ਹੁੰਦੀ ਹੈ, ਤਾਂ ਉਸ ਵੇਲੇ ਇਸ ਸ਼ਰਤ ਦੇ ਬਾਰੇ ਤੁਸੀਂ ਜਾਣੂ ਸੀ? ਜਿਸ ਟਾਈਮ ਦੇ ਉੱਤੇ ਅਸੀਂ ਪੋਰਟਲ ਦੇ ਉੱਤੇ ਭਰਿਆ ਉਸ ਟਾਈਮ ਵੀ ਅਸੀਂ ਐਨਏ ਨਾਟ ਅਵੇਲੇਬਲ ਕਰਕੇ, ਕਿਉਂਕਿ ਸਾਡੇ ਕੋਲ ਸਰਟੀਫਿਕੇਟ ਕੰਡਕਟ ਹੀ ਨਹੀਂ ਕਰਵਾਇਆ ਗਿਆ। ਜਦੋਂ ਸਾਡਾ ਸਾਰਾ ਪ੍ਰੋਸੈਸ ਕੰਪਲੀਟ ਹੋ ਗਿਆ ਉਸ ਤੋਂ ਬਾਅਦ ਇਹ ਸਡਨਲੀ ਅਚਾਨਕ ਇਹ ਰੂਲ ਕੱਢਦੇ ਨੇ ਵੀ ਪੀਐਸ ਟੈਟ ਦਾ ਤੁਸੀਂ ਸਰਟੀਫਿਕੇਟ ਲੈ ਕੇ ਆਓ। ਜੋ ਚੀਜ਼ ਐਗਜ਼ਿਸਟ ਹੀ ਨਹੀਂ ਕਰਦੀ, ਜੋ ਚੀਜ਼ ਕੰਡਕਟ ਹੀ ਨਹੀਂ ਹੋਈ, ਅਸੀਂ ਉਹਨੂੰ ਕਿੱਥੋਂ ਲੈ ਕੇ ਆਈਏ। ਇਹਨਾਂ ਦੇ ਵਿਭਾਗ ਨੂੰ ਵੀ ਪਤਾ ਹੈ ਕਿ ਹਾਲ ਤੱਕ ਜੋ ਫਿਜ਼ੀਕਲ ਐਜੂਕੇਸ਼ਨ ਦਾ ਜੋ ਟੈਟ ਹੈ ਉਹ ਕੰਡਕਟ ਨਹੀਂ ਕਰਵਾਇਆ ਗਿਆ। ਸਤਿ ਸ਼੍ਰੀ ਅਕਾਲ, ਔਨ ਏਅਰ ਦੇਖ ਰਹੇ ਹੋ, ਮੈਂ ਤੁਹਾਡੇ ਨਾਲ ਅਕਸ਼ਦੀਪ ਸਿੰਘ। ਸਰੀਰਕ ਸਿੱਖਿਆ ਅਧਿਆਪਕਾਂ ਦੀਆਂ 168 ਪੋਸਟਾਂ ਹਾਲ ਹੀ ਦੇ ਵਿੱਚ ਨਿਕਲਦੀਆਂ ਨੇ, ਤਾਂ ਜਦੋਂ ਅਸਾਮੀਆਂ ਨਿਕਲਦੀਆਂ ਨੇ ਤਾਂ ਉਸ ਤੋਂ ਬਾਅਦ ਨੌਜਵਾਨਾਂ ਦੇ ਵਿੱਚ ਕਾਫੀ ਉਤਸ਼ਾਹ ਦੇਖਿਆ ਜਾਂਦਾ ਹੈ। ਤਾਂ ਅਸਾਮੀਆਂ ਭਰੀਆਂ ਜਾਂਦੀਆਂ ਨੇ, ਤਾਂ ਭਰਨ ਤੋਂ ਬਾਅਦ ਪੇਪਰ ਵੀ ਹੁੰਦਾ ਹੈ। ਪੇਪਰ ਜਦੋਂ ਹੋ ਜਾਂਦਾ ਹੈ ਤਾਂ ਫਿਰ ਵੈਰੀਫਿਕੇਸ਼ਨ ਹੁੰਦੀ ਹੈ, ਪਰ ਇਸ ਦੀ ਜਿਹੜੀ ਲਿਸਟ ਹੈ ਉਹ ਅਜੇ ਤੱਕ ਜਾਰੀ ਨਹੀਂ ਕੀਤੀ ਗਈ। ਤਾਂ ਇਸ ਨੂੰ ਲੈ ਕੇ ਜਿਹੜੇ ਅਧਿਆਪਕ ਨੇ ਉਹਨਾਂ ਵੱਲੋਂ ਰੋਸ ਜਤਾਇਆ ਜਾ ਰਿਹਾ। ਸੋ ਤਸਵੀਰ ਜਿਹੜੀ ਹੈ ਦਿਖਾਉਣਾ ਚਾਹਾਂਗੇ, ਇਹ ਮੋਹਾਲੀ ਦੇ 3B1 ਨੇ ਜਿਹੜਾ ਸਰਕਾਰੀ ਸਕੂਲ ਹੈ, ਉੱਥੋਂ ਦੀਆਂ ਤਸਵੀਰਾਂ ਨੇ। ਸੋ ਅਧਿਆਪਕ ਜਿਹੜੇ ਨੇ ਕੜਾਕੇ ਦੀ ਠੰਡ ਦੇ ਮੌਸਮ ਦੇ ਵਿੱਚ ਜਿਹੜੇ ਨੇ ਭੁੰਜੇ ਬੈਠੇ ਹੋਏ ਨੇ, ਹੱਥਾਂ ਦੇ ਵਿੱਚ ਜਿਹੜੇ ਤਖਤੀਆਂ ਵੀ ਕਹਿ ਸਕਦੇ ਹੱਥ ਦੇ ਵਿੱਚ ਫੜੀਆਂ ਹੋਈਆਂ ਨੇ, ਕਿਉਂਕਿ 168 ਪੋਸਟਾਂ ਹਾਲ ਹੀ ਦੇ ਵਿੱਚ ਨਿਕਲਦੀਆਂ ਨੇ। ਫਿਜ਼ੀਕਲ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਜਿਹੜੀਆਂ 168 ਪੋਸਟਾਂ ਨਿਕਲਦੀਆਂ ਨੇ, ਇਹਨਾਂ ਵੱਲੋਂ ਜਿਹੜੀਆਂ ਅਸਾਮੀਆਂ ਉਹ ਭਰੀਆਂ ਜਾਂਦੀਆਂ ਨੇ, ਪੇਪਰ ਹੁੰਦਾ ਹੈ, ਵੈਰੀਫਿਕੇਸ਼ਨ ਹੁੰਦੀ ਹੈ, ਪਰ ਜਿਹੜੀ ਲਿਸਟ ਹੈ ਉਹ ਅਜੇ ਤੱਕ ਜਾਰੀ ਨਹੀਂ ਕੀਤੀ ਗਈ। ਤਾਂ ਇਸ ਰੋਸ ਵਜੋਂ ਇਹਨਾਂ ਵੱਲੋਂ ਜਿਹੜਾ ਧਰਨਾ ਪ੍ਰਦਰਸ਼ਨ ਕੜਾਕੇ ਦੀ ਠੰਡ ਦੇ ਵਿੱਚ ਦਿੱਤਾ ਜਾ ਰਿਹਾ। ਸੋ ਜਿਹੜੀ ਤਸਵੀਰ ਜਿਹੜੀ ਹੈ ਦਿਖਾਉਣਾ ਚਾਹਾਂਗੇ, ਦਫ਼ਤਰ ਹੈ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਦਾ, ਜਿੱਥੇ ਇਹ ਜਿਹੜੇ ਅਧਿਆਪਕ ਨੇ ਉਹ ਧਰਨਾ ਦੇ ਰਹੇ ਨੇ। ਹਾਲਾਂਕਿ ਅਕਸਰ ਹੀ ਗੱਲ ਹੁੰਦੀ ਹੈ ਕਿ ਜਦੋਂ ਧਰਨਾ ਪ੍ਰਦਰਸ਼ਨ ਹੁੰਦਾ ਹੈ ਤਾਂ ਜੋ ਧਰਨਾ ਪ੍ਰਦਰਸ਼ਨ ਕਰ ਰਹੇ ਹੁੰਦੇ ਨੇ ਤਾਂ ਉਹਨਾਂ ਨੂੰ ਲੈ ਕੇ ਵੀ ਸਵਾਲ ਚੁੱਕੇ ਜਾਂਦੇ ਨੇ ਕਿ ਇਹ ਸ਼ਾਂਤਮਈ ਤਰੀਕੇ ਨਾਲ ਧਰਨਾ ਪ੍ਰਦਰਸ਼ਨ ਨਹੀਂ ਕਰ ਰਹੇ, ਪਰ ਜਿਹੜੇ ਇਹ ਅਧਿਆਪਕ ਨੇ ਉਹ ਸ਼ਾਂਤਮਈ ਤਰੀਕੇ ਦੇ ਨਾਲ ਧਰਨਾ ਪ੍ਰਦਰਸ਼ਨ ਕਰ ਰਹੇ ਨੇ। ਸੋ ਗੱਲਬਾਤ ਵੀ ਕਰਾਂਗੇ, ਮਸਲਾ ਕੀ ਹੈ ਸਾਰਾ ਕੁਝ। ਅਧਿਆਪਕ ਵੀ ਨੇ। ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਸਰ ਮਨਪ੍ਰੀਤ ਸਿੰਘ ਹੈ ਜੀ। ਮਸਲਾ ਕੀ ਹੈ ਸਾਰਾ? ਜਿਵੇਂ ਹੱਥਾਂ ਦੇ ਵਿੱਚ ਤਖਤੀਆਂ ਫੜੀਆਂ ਹੋਈਆਂ ਨੇ ਕਿ 168 ਡੀਪੀ ਯੂਨੀਅਨ, ਮਤਲਬ ਕਿ 168 ਜਿਹੜੀਆਂ ਪੋਸਟਾਂ ਨਿਕਲੀਆਂ ਸੀ, ਉਸ ਨੂੰ ਲੈ ਕੇ ਸਾਰਾ ਮਸਲਾ ਜਾਂ ਹੋਰ ਵੀ ਕੋਈ? ਹਾਂਜੀ ਸਰ, ਇਹ ਸਾਡੇ ਨਾਲ ਲਾਸਟ ਦੇ ਵਿੱਚ ਕੰਡਕਟ ਕਰਵਾਇਆ ਗਿਆ ਜਦੋਂ ਆਮ ਆਦਮੀ ਪਾਰਟੀ ਬਣੀ ਹੈ। 4161 ਮਾਸਟਰ ਕੇਡਰ ਦੀਆਂ ਪੋਸਟਾਂ ਆਈਆਂ ਨੇਗੀਆਂ, ਜਿਨ੍ਹਾਂ ਦਾ ਉਹਨਾਂ ਨੇ ਕੀ ਹੈਗਾ ਸਾਡਾ ਟੈਸਟ ਕੰਡਕਟ ਕਰਵਾਇਆ ਗਿਆ ਹੈ, ਜਿਹਦੇ ਵਿੱਚ ਅਲੱਗ-ਅਲੱਗ ਸਬਜੈਕਟ ਦੀਆਂ ਪੋਸਟਾਂ ਸੀ। ਉਸ ਦੇ ਵਿੱਚ ਸਾਡੀਆਂ 168 ਫਿਜ਼ੀਕਲ ਐਜੂਕੇਸ਼ਨ ਦੀਆਂ ਪੋਸਟਾਂ ਸੀਗੀਆਂ। ਸੋ ਟੈਸਟ ਕੰਡਕਟ ਕਰਾਉਣ ਤੋਂ ਬਾਅਦ ਉਹਨਾਂ ਨੇ ਪੇਪਰ ਲਿਆ ਗਿਆ, ਲਿਖਤੀ ਪੇਪਰ ਲਿੱਤਾ ਗਿਆ। ਲਿਖਤੀ ਪੇਪਰ ਤੋਂ ਲੈਣ ਤੋਂ ਬਾਅਦ ਉਹਨਾਂ ਨੇ ਸਾਡਾ ਰਿਜ਼ਲਟ ਪਾਇਆ ਗਿਆ ਵੈਬਸਾਈਟ ਤੇ ਰਿਜ਼ਲਟ ਪਾਉਣ ਤੋਂ ਬਾਅਦ ਉਹਨਾਂ ਨੇ ਇਹਨਾਂ ਦੇ ਵਿੱਚੋਂ ਜੋ 168 ਪੋਸਟਾਂ ਸੀ, 4300 ਜੋ ਕੈਂਡੀਡੇਟ ਸੀ ਉਹਨਾਂ ਨੇ ਪੇਪਰ ਦਿੱਤਾ, ਤੇ ਉਹਦੇ ਵਿੱਚੋਂ 168 ਜਿਹੜੇ ਨੇਗੇ ਕੈਂਡੀਡੇਟ ਉਹਨਾਂ ਦੀ ਸਿਲੈਕਸ਼ਨ ਹੋਈ ਸਕਰੂਟਨੀ ਦੇ ਲਈ। ਉਹਨਾਂ ਨੇ 200 ਬੰਦਾ ਬੁਲਾਇਆ ਗਿਆ, ਤੇ ਉਹਦੇ ਵਿੱਚੋਂ ਜੇ ਆਹ ਟੀਚਰ ਬੈਠੇ ਨੇ, ਇਹ 168 ਕੈਂਡੀਡੇਟ ਉਹ ਨੇ ਜੋ ਰੈਂਕ ਹੋਲਡਰ ਨੇ, ਜਿਨ੍ਹਾਂ ਦਾ ਰੈਂਕ ਆਇਆ 4300 ਦੇ ਵਿੱਚੋਂ 168 ਕੈਂਡੀਡੇਟ ਨੇ। ਉਸ ਤੋਂ ਬਾਅਦ ਜੋ ਅਸੀਂ ਵੇਟ ਕਰ ਰਹੇ ਸੀ, ਜਿਵੇਂ ਦੂਸਰੇ ਸਬਜੈਕਟਾਂ ਦੀਆਂ ਲਿਸਟਾਂ ਪੈ ਰਹੀਆਂ ਸੀ, ਸਿਲੈਕਸ਼ਨ ਲਿਸਟਾਂ, ਉਹ ਲਾਸਟ ਹਫਤੇ ਦੇ ਵਿੱਚ ਉਹਨਾਂ ਦੀ ਸਿਲੈਕਸ਼ਨ ਲਿਸਟ ਜਾਰੀ ਕਰਤੀ। ਤਾਂ ਅਸੀਂ ਪਤਾ ਕਰਿਆ ਗਿਆ ਇੱਥੇ ਭਰਤੀ ਬੋਰਡ ਵੀ ਸਾਡੀ ਜਿਹੜੀ ਲਿਸਟ ਕਿਉਂ ਨਹੀਂ ਜਾਰੀ ਕੀਤੀ ਗਈ। ਤਾਂ ਉਹਨਾਂ ਨੇ ਸਾਨੂੰ ਕਿਹਾ ਕਿ ਇਸ ਦੇ ਵਿੱਚ ਕੀ ਹੈ, ਤੁਹਾਡੀ ਕੋਈ ਥੋੜੀ ਮੋਟੀ ਡਾਕੂਮੈਂਟ ਦੀ ਵੈਰੀਫਿਕੇਸ਼ਨ ਰਹਿੰਦੀ ਹੈ ਜੋ ਸਪੋਰਟਸ ਕੈਟਾਗਰੀ ਨਾਲ ਰਿਲੇਟਡ ਹੈ, ਇਸ ਕਰਕੇ ਤੁਸੀਂ ਵੇਟ ਕਰੋ, ਸੋਮਵਾਰ ਤੱਕ ਤੁਹਾਡੀ ਸਿਲੈਕਸ਼ਨ ਲਿਸਟ ਜਾਰੀ ਹੋ ਜਾਊਗੀ। ਅਸੀਂ ਸੋਮਵਾਰ ਆ ਕੇ ਇੱਥੇ ਭਰਤੀ ਬੋਰਡ ਜੋ ਹਰਪ੍ਰੀਤ ਸਿੰਘ ਨੇ ਭਰਤੀ ਬੋਰਡ ਦੇ, ਤਾਂ ਉਹਨਾਂ ਤੋਂ ਅਸੀਂ ਪਤਾ ਕਰਿਆ ਗਿਆ ਕਿ ਸਾਡੀ ਲਿਸਟ ਅਜੇ ਵੀ ਜਾਰੀ ਨਹੀਂ ਹੋਈ। ਤਾਂ ਉਹਨਾਂ ਨੇ ਕਿਹਾ ਤੁਸੀਂ ਵੇਟ ਕਰੋ, ਤੁਹਾਡੀ ਕੀ ਹੈਗੀ 1-2 ਦਿਨਾਂ ਦੇ ਵਿੱਚ ਅਸੀਂ ਲਿਸਟ ਜਾਰੀ ਕਰ ਦਾਂਗੇ। ਪਰ ਉਸ ਤੋਂ ਅੱਧੇ ਘੰਟੇ ਬਾਅਦ ਉਹਨਾਂ ਨੇ ਇੱਕ ਨੋਟਿਸ ਕੱਢਿਆ ਵੀ ਜੋ ਇੱਕ ਕੈਂਡੀਡੇਟ ਸਿਲੈਕਟ ਹੋਏ ਨੇ, ਸਾਡੇ ਕੋਲੇ ਪੀਐਸ ਟੈਟ ਦਾ ਸਰਟੀਫਿਕੇਟ ਲੈ ਕੇ ਆਓ। ਤਾਂ ਮੈਂ ਸਾਰੇ ਤੁਹਾਡੇ ਮੀਡੀਆ ਜਰੀਏ ਦੱਸਣਾ ਚਾਹੁੰਦਾਗਾ, ਇਹਨਾਂ ਦੇ ਵਿਭਾਗ ਨੂੰ ਵੀ ਪਤਾ ਹੈ ਕਿ ਹਾਲ ਤੱਕ ਜੋ ਫਿਜ਼ੀਕਲ ਐਜੂਕੇਸ਼ਨ ਦਾ ਜੋ ਟੈਟ ਹੈ ਉਹ ਕੰਡਕਟ ਨਹੀਂ ਕਰਵਾਇਆ ਗਿਆ, ਕਿਉਂ ਸਰਟੀਫਿਕੇਟ ਕਿਸ ਚੀਜ਼ ਦਾ ਮੰਗਦੇ ਪਏ? ਪੀਐਸ ਟੈਟ 2 ਦਾ
ਜੋ ਪੰਜਾਬ ਦੇ ਵਿੱਚ ਹੁੰਦਾ ਹੈਗਾ, ਤਾਂ ਉਹਦੇ ਵਿੱਚੋਂ ਜੋ ਇੱਕ ਆਰਟ ਐਂਡ ਕਰਾਫਟ ਅਤੇ ਫਿਜ਼ੀਕਲ ਐਜੂਕੇਸ਼ਨ ਦਾ ਅਜਿਹਾ ਵਿਸ਼ਾ ਹੈ ਜਿਹਦੇ ਤੇ ਇਹ ਸ਼ਰਤ ਲਾਗੂ ਨਹੀਂ ਹੁੰਦੀ। ਸੋ ਇਸ ਤੋਂ ਪਹਿਲਾਂ ਵੀ ਜਦੋਂ ਇਹ ਨੋਟਿਸ ਆਇਆ, ਅਸੀਂ ਜਦੋਂ ਮੀਤ ਹੇਅਰ ਸਾਡੇ ਸਿੱਖਿਆ ਮੰਤਰੀ ਬਣੇ ਸੀ, ਉਹਨਾਂ ਦੇ ਧਿਆਨ 'ਚ ਇਹ ਗੱਲ ਲਿਆਂਦੀ ਸੀ ਕਿ ਵੀ ਸਾਡੇ ਜਿਹੜੇ ਨੋਟਿਸ ਦੇ ਵਿੱਚ PS ਟੈਟ 2 ਦੀ ਸ਼ਰਤ ਲਗਾਈ ਗਈ ਹੈ, ਤਾਂ ਉਹਨਾਂ ਨੇ ਸਾਨੂੰ ਦੱਸਿਆ ਕਿ ਇਹ ਪਹਿਲੀ ਵਾਰ ਮਾਸਟਰ ਕੇਡਰ ਦੀਆਂ ਪੋਸਟਾਂ ਤੁਹਾਡੀਆਂ B.Ed ਦੇ ਨਾਲ ਰਲ ਕੇ ਕੱਢੀਆਂ ਗਈਆਂ ਨੇ, ਇਸ ਕਰਕੇ ਇਹ ਸ਼ਰਤ ਹੋਰ ਸਬਜੈਕਟ ਦੇ ਲਾਗੂ ਹੁੰਦੀ ਹੈ। ਸਾਨੂੰ ਇਸ ਸਬਜੈਕਟ ਬਾਰੇ ਪਤਾ ਹੈ ਕਿ ਇਸ ਤੇ PS ਟੈਟ 2 ਦੀ ਸ਼ਰਤ ਲਾਗੂ ਨਹੀਂ ਹੁੰਦੀ, ਤਾਂ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਪੋਸਟਾਂ ਭਰੋ, ਟੈਸਟ ਦਿਓ, ਸਾਨੂੰ ਸਾਰੇ ਵਿਭਾਗ ਨੂੰ ਪਤਾ, ਸਾਨੂੰ ਮੰਤਰੀ ਸਾਹਿਬਾਨ ਨੂੰ ਵੀ ਪਤਾ ਹੈ। ਪਰ ਜੇਕਰ ਅੱਜ ਅਸੀਂ ਉਹਨਾਂ ਨੂੰ ਇਹ ਗੱਲ ਕਰੀ ਤਾਂ ਅਸੀਂ DGSE ਜੋ ਸਰ ਨੇ ਉਹਨਾਂ ਨੂੰ ਵੀ ਅਸੀਂ ਕੱਲ ਮੁਲਾਕਾਤ ਕਰੀ, ਤਾਂ ਉਹਨਾਂ ਨੇ ਕਰਿਆ ਕਿ ਸਾਡੇ ਕੋਲੇ PS ਟੈਟ ਦਾ ਤੁਸੀਂ ਸਰਟੀਫਿਕੇਟ ਲੈ ਕੇ ਆਓ। ਪਰ ਹੁਣ ਅਸੀਂ PS ਟੈਟ ਜਦੋਂ ਕੰਡਕਟ ਹੀ ਨਹੀਂ ਕਰਵਾਇਆ ਗਿਆ ਤਾਂ ਅਸੀਂ PS ਟੈਟ ਕਿੱਥੋਂ ਲੈ ਕੇ ਆ ਸਕਦੇ ਹਾਂ। ਤੇ ਹੁਣ ਸੈਕੰਡ ਸਾਡੀ ਗੱਲ ਇਹ ਹੈ ਕਿ ਤਾਂ ਇਹਨਾਂ ਨੇ ਅੱਜ ਸਕਰੂਟਨੀ ਰੱਖੀ ਹੈ ਦੁਬਾਰੇ, ਹੁਣ ਇਹ ਬੰਦਿਆਂ ਦੀ ਸਾਡੀ ਸਕਰੂਟਨੀ ਹੋ ਚੁੱਕੀ ਹੈ। ਅਸੀਂ ਐਲੀਜੀਬਲ ਕੈਂਡੀਡੇਟ ਹਾਂ ਜੋ ਇੱਥੇ ਬੈਠੇ ਹਾਂ, ਕਿਸੇ ਦੀ 135 ਨੰਬਰ 134 ਨੰਬਰ ਹੈ, ਤੇ ਹੁਣ ਇਹਨਾਂ ਨੇ ਦੁਬਾਰਾ ਕੀ ਕਰਿਆ ਵੀ ਜਿਨ੍ਹਾਂ ਕੋਲੇ PS ਟੈਟ ਹੈ ਉਹ ਤੁਸੀਂ ਲੈ ਕੇ ਆਓ। ਹੁਣ ਮੈਂ ਤੁਹਾਨੂੰ ਇਹ ਧਿਆਨ ਵਿੱਚ ਇਹ ਦੱਸਣਾ ਚਾਹੁੰਦਾ ਕਿ ਕਈ ਬੱਚੇ ਐਸੇ ਨੇ ਜਿਨ੍ਹਾਂ ਨੇ B.Ed ਵੀ ਕਰੀ ਹੋਈ ਹੈ, BP.Ed ਵੀ ਕਰੀ ਹੋਈ ਹੈ। B.Ed ਦੇ ਲਈ ਉਹਨਾਂ ਨੇ PS ਟੈਟ ਜ਼ਰੂਰੀ ਹੈ, ਆਪਣਾ ਟੈਟ ਕਰਿਆ ਹੋਇਆ ਹੈ, ਪਰ ਸਾਨੂੰ ਇਹ ਹੈ ਜੇ B.Ed ਵਾਲੇ ਬੱਚੇ ਅੱਜ ਆ ਕੇ ਸਕਰੂਟਨੀ ਕਰਵਾਉਂਦੇ ਨੇ, ਚਾਹੇ ਉਹਨਾਂ ਦੇ 50 ਨੰਬਰ ਹੈ ਚਾਹੇ 60 ਨੰਬਰ ਹੈ, ਇਹ ਕਹਿ ਰਹੇ ਨੇ ਸਾਨੂੰ PS ਟੈਟ ਦਿਓ, ਜੇਕਰ ਉਹਨਾਂ ਦੀ ਸਕਰੂਟਨੀ ਕਰਕੇ ਇਹ ਲਿਸਟ ਉਹਨਾਂ ਦੀ ਜਾਰੀ ਕਰਦੇ ਆ ਤਾਂ ਫਿਜ਼ੀਕਲ ਐਜੂਕੇਸ਼ਨ ਦੀਆਂ ਜਿੰਨੀਆਂ ਪੰਜਾਬ ਦੇ ਵਿੱਚ ਕੋਰਸ ਨੇ CP.Ed BP.Ed MP.Ed PhD ਜਾਂ ਜਿੰਨੇ ਵੀ ਕਾਲਜ ਨੇ ਯੂਨੀਵਰਸਿਟੀਆਂ ਨੇ ਉਹ ਜ਼ੀਰੋ ਨੇ, ਕਿਉਂਕਿ ਫਿਰ ਤਾਂ B.Ed ਕਰਕੇ ਹੀ ਇੱਕ ਬੰਦਾ DP ਲੱਗ ਰਿਹਾ ਹੈ। ਤੇ ਅਸੀਂ ਜਿਨ੍ਹਾਂ ਨੇ 2-2 ਸਾਲ 4-4 ਸਾਲ ਗਰਾਊਂਡਾਂ ਦੇ ਵਿੱਚ ਵੀ ਮਿਹਨਤ ਕਰੀ ਹੈ ਤੇ ਆਪਣਾ ਪੜ੍ਹਾਈ ਸਟੱਡੀ ਕਰਕੇ ਵੀ ਆਪਣਾ ਨੰਬਰ ਲਿਆ, ਤਾਂ ਸਾਨੂੰ ਇਹ ਜ਼ੀਰੋ ਕਰ ਰਹੇ ਨੇ। ਇਸ ਕਰਕੇ ਅਸੀਂ ਜੋ ਸਾਡੇ ਸਿੱਖਿਆ ਮੰਤਰੀ ਨੇ, ਸਾਨੂੰ ਬਹੁਤ ਜ਼ਿਆਦਾ ਉਮੀਦ ਹੈ, ਅਸੀਂ ਵੱਧ ਚੜ੍ਹ ਕੇ ਵੋਟਾਂ ਪਾ ਕੇ ਉਹਨਾਂ ਨੂੰ ਮੰਤਰੀ ਬਣਾਇਆ ਤੇ ਮਾਣਯੋਗ ਜੋ ਆਪਣੇ ਮੁੱਖ ਮੰਤਰੀ ਨੇ ਭਗਵੰਤ ਮਾਨ ਜੀ, ਉਹਨਾਂ ਦਾ ਸਾਥ ਦਿੱਤਾ ਹੈ। ਇਸ ਕਰਕੇ ਸਾਡੀ ਬੇਨਤੀ ਹੈ ਕਿ ਉਹ ਜਿਹੜੇ ਡਾਇਰੈਕਟਰ ਜਨਰਲ ਨੇ ਉਹਨਾਂ ਨੂੰ ਬੇਨਤੀ ਕਰਕੇ ਤੇ ਜੋ ਭਰਤੀ ਬੋਰਡ ਨੇ ਸਾਡੀ ਇਹ ਕੀ ਹੈਗੀ ਲਿਸਟ ਜਾਰੀ ਕੀਤੀ ਜਾਵੇ ਤੇ ਜੋ PS ਟੈਟ ਵਾਲੀ ਸ਼ਰਤ ਹੈ ਉਹ ਹਟਾਈ ਜਾਵੇ, ਤਾਂ ਕਿ ਸਾਨੂੰ ਜੋ 4161 ਨੂੰ ਹੁਣ ਸਟੇਸ਼ਨ ਅਲਾਟ ਕਰ ਰਹੇ ਨੇ ਲਿਸਟਾਂ ਜਾਰੀ ਕਰਕੇ, ਹੋਰ ਸਬਜੈਕਟਾਂ ਵਾਂਗ ਸਾਨੂੰ ਵੀ ਉਹਨਾਂ ਦੇ ਨਾਲ ਜੁਆਇਨ ਕਰਾਇਆ ਜਾਵੇ। ਜਦੋਂ ਅਸਾਮੀਆਂ ਨਿਕਲਦੀਆਂ ਨੇ, ਤੁਹਾਡੇ ਵੱਲੋਂ ਪੇਪਰ ਦਿੱਤਾ ਜਾਂਦਾ ਹੈ, ਵੈਰੀਫਿਕੇਸ਼ਨ ਹੁੰਦੀ ਹੈ, ਤਾਂ ਉਸ ਵੇਲੇ ਇਸ ਸ਼ਰਤ ਦੇ ਬਾਰੇ ਤੁਸੀਂ ਜਾਣੂ ਸੀ ਜਿਹੜੇ ਸਰਟੀਫਿਕੇਟ ਦੀ ਮੰਗ ਕਰ ਰਹੇ ਨੇ? ਉਸ ਟਾਈਮ ਦੇ ਉੱਤੇ ਬਿਲਕੁਲ ਜੋ ਤੁਸੀਂ ਕਿਹਾ ਹੈਗਾ, ਜਿਸ ਟਾਈਮ ਦੇ ਉੱਤੇ ਅਸੀਂ ਪੋਰਟਲ ਦੇ ਉੱਤੇ ਭਰਿਆ, ਉਸ ਟਾਈਮ ਵੀ ਅਸੀਂ NA ਨਾਟ ਅਵੇਲੇਬਲ ਕਰਕੇ, ਕਿਉਂਕਿ ਸਾਡੇ ਕੋਲ ਸਰਟੀਫਿਕੇਟ ਕੰਡਕਟ ਹੀ ਨਹੀਂ ਕਰਵਾਇਆ ਗਿਆ, ਉਸ ਟਾਈਮ ਦੀ ਭਰਿਆ। ਉਸ ਤੋਂ ਬਾਅਦ ਜਦੋਂ ਅਸੀਂ ਹਾਰਡ ਕਾਪੀਆਂ ਨੂੰ ਡਾਕੂਮੈਂਟ ਵੈਰੀਫਿਕੇਸ਼ਨ ਕਰਵਾਈ, ਉਸ ਟਾਈਮ ਦੇ ਉੱਤੇ ਵੀ ਅਸੀਂ PS ਟੈਟ ਦੇ ਜਿਹੜਾ ਕਾਲਮ ਸੀ ਉਹਦੇ ਉੱਤੇ ਅਸੀਂ ਕ੍ਰਾਸ ਕੀਤਾ। ਇਹਨਾਂ ਨੂੰ ਵੀ ਪਤਾ ਸੀ ਉਸ ਟਾਈਮ ਦੇ ਉੱਤੇ, ਇਹਨਾਂ ਨੇ ਸਾਨੂੰ ਕੁਝ ਵੀ ਨਹੀਂ ਕਿਹਾ ਗਿਆ, ਇਹਨਾਂ ਨੇ ਸਾਡਾ ਆਮ ਸਬਜੈਕਟਾਂ ਵਾਂਗ ਰਿਜ਼ਲਟ ਵੀ ਤਿਆਰ ਕੀਤਾ। ਉਸ ਤੋਂ ਬਾਅਦ ਸਾਡੀ ਲਿਸਟ ਵੀ 168 200 ਕੈਂਡੀਡੇਟ ਦੀ ਸਾਡੀ ਸਕਰੂਟਨੀ ਕਰਾਈ, ਉਹਦੇ ਵਿੱਚ ਜੋ 168 ਜਣੇ ਅਸੀਂ ਬੈਠੇ ਹਾਂ, ਉਸ ਟਾਈਮ ਦੇ ਉੱਤੇ ਇਹਨਾਂ ਨੇ ਕੋਈ ਰੋਕ ਨਹੀਂ ਲਗਾਈ ਗਈ। ਜਦੋਂ ਸਾਡਾ ਸਾਰਾ ਪ੍ਰੋਸੈਸ ਕੰਪਲੀਟ ਹੋ ਗਿਆ, ਉਸ ਤੋਂ ਬਾਅਦ ਇਹ ਸਡਨਲੀ ਅਚਾਨਕ ਇਹ ਰੂਲ ਕੱਢਦੇ ਨੇ ਵੀ PS ਟੈਟ ਦਾ ਤੁਸੀਂ ਸਰਟੀਫਿਕੇਟ ਲੈ ਕੇ ਆਓ। ਤਾਂ ਹੁਣ ਅਸੀਂ ਕਿੱਥੋਂ ਲੈ ਕੇ ਆਈਏ? ਜੋ ਚੀਜ਼ ਐਗਜ਼ਿਸਟ ਹੀ ਨਹੀਂ ਕਰਦੀ, ਜੋ ਚੀਜ਼ ਕੰਡਕਟ ਹੀ ਨਹੀਂ ਹੋਈ, ਅਸੀਂ ਉਹਨੂੰ ਕਿੱਥੋਂ ਲੈ ਕੇ ਆਈਏ? ਇਸ ਕਰਕੇ ਸਾਡੇ ਨਾਲ ਬਹੁਤ ਜ਼ਿਆਦਾ ਇਹ ਧੱਕਾ ਹੋ ਰਿਹਾ ਹੈ। ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਸਾਨੂੰ ਮਜਬੂਰ ਨਾ ਕਰੋ, ਅਸੀਂ ਤੁਹਾਡੀ ਪਾਲਿਸੀ ਅਨੁਸਾਰ ਚੱਲ ਰਹੇ ਹਾਂ। ਜੋ ਸਿੱਖਿਆ ਮੰਤਰੀ ਕਹਿੰਦੇ ਨੇ ਵੀ ਟੈਂਕੀ ਤੇ ਨਾ ਚੜੋ, ਟੈਂਕੀ ਤੇ ਹੱਲ ਨਹੀਂ, ਅਸੀਂ ਤੁਹਾਡਾ ਹੱਲ ਕਰਾਂਗੇ। ਇਸ ਕਰਕੇ ਅਸੀਂ ਕੋਈ ਇਹਨੂੰ ਅਸੀਂ ਸਰਕਾਰ ਤੱਕ ਆਵਾਜ਼ ਪਹੁੰਚਾ ਰਹੇ ਹਾਂ, ਕੋਈ ਸਾਡੇ ਤੋਂ ਹੁੱਲੜਬਾਜ਼ੀ ਨਹੀਂ ਕਰ ਰਿਹਾ, ਕੋਈ ਸਾਡੇ ਤੋਂ ਟੈਂਕੀ ਤੇ ਨਹੀਂ ਚੜ ਰਿਹਾ। ਸਾਨੂੰ ਪੂਰੀ ਆਸ ਹੈ ਵੀ ਸਾਡੀ ਗੱਲ ਸੁਣੀ ਜਾਊਗੀ। ਇਹ ਗੱਲ ਸੁਣ ਕੇ ਸਾਡੀ ਕੀ ਹੈ ਲਿਸਟ ਜਾਰੀ ਕੀਤੀ ਜਾਵੇ। ਜਦੋਂ ਜੁਆਇਨਿੰਗ ਲੈਟਰ 4161 ਦੇ ਜਿਹੜੇ ਹੋਰ ਟੀਚਰ ਹੈ, ਜਿੰਨੇ ਵੀ ਪੰਜਾਬੀ, ਮੈਥ, ਸਾਇੰਸ ਜਿੰਨੇ ਵੀ ਸਬਜੈਕਟ ਹੈ, ਉਹਨਾਂ ਦੇ ਨਾਲ ਸਾਨੂੰ ਵੀ ਜੁਆਇਨਿੰਗ ਕਰਵਾਇਆ ਜਾਵੇ। ਇਸ ਕਰਕੇ ਫਿਜ਼ੀਕਲ ਐਜੂਕੇਸ਼ਨ ਸਬਜੈਕਟ ਨਾਲ ਨਾ ਧੱਕਾ ਕੀਤਾ ਜਾਵੇ। ਸੋ ਸਾਡੀ ਸਰਕਾਰ ਨੂੰ ਬੇਨਤੀ ਹੈ, ਜੇਕਰ ਅਜਿਹਾ ਸਰਕਾਰ ਸਾਡਾ ਸਾਥ ਨਹੀਂ ਦੇਵੇਗੀ ਤਾਂ ਫਿਰ ਸਾਨੂੰ ਮਜਬੂਰ ਹੋ ਕੇ ਕੋਈ ਹੋਰ ਸਟੈਪ ਲੈਣਾ ਪਊਗਾ। ਇਹ ਕਿੰਨਵਾਂ ਦਿਨ ਹੋ ਗਿਆ ਧਰਨੇ ਦਾ, ਜਾਂ ਅੱਜ ਹੀ ਸ਼ਾਂਤਮਈ ਤਰੀਕੇ ਨਾਲ ਇੱਥੇ ਧਰਨਾ ਲਗਾ ਰਹੇ ਹੋ, ਜਾਂ ਇਸ ਤੋਂ ਪਹਿਲਾਂ ਹੋਰ ਕਿਸੇ ਥਾਂ ਤੇ ਧਰਨਾ ਲਗਾਇਆ ਗਿਆ? ਸਰ ਸਾਨੂੰ ਅੱਜ ਤੀਜਾ ਦਿਨ ਹੋ ਗਿਆ ਲਗਾਤਾਰ। ਪਹਿਲਾਂ ਅਸੀਂ ਇੱਥੇ 10 ਜਣੇ ਨੇ ਆ ਕੇ ਸਾਡੇ ਜਿਹੜੇ ਗਰੁੱਪ ਦੇ ਸੀਗੇ, ਅਸੀਂ DPI ਸਰ ਨਾਲ ਵੀ ਗੱਲ ਕਰੀ ਹੈ। DPI ਸਰ ਨੇ ਵੀ ਸਾਨੂੰ ਇਹ ਦੱਸਿਆ ਵੀ ਸਾਨੂੰ ਤੁਹਾਡਾ ਮੁੱਦਾ ਪਤਾ ਹੈ, ਤੁਸੀਂ ਜੈਨੂਅਨ ਹੋ ਆਪਣੀ ਮੁੱਦੇ ਦੇ ਉੱਪਰ, ਵੀ ਤੁਸੀਂ DGSE ਸਰ ਨਾਲ ਗੱਲ ਕਰੋ। ਅਸੀਂ ਉਹਨਾਂ ਨਾਲ ਵੀ ਗੱਲ ਕਰੀ, ਪਰ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਸਾਨੂੰ ਤਾਂ ਮੰਤਰੀ ਵਿਭਾਗ ਵੱਲੋਂ ਜੋ ਹਦਾਇਤਾਂ ਨੇ, ਜੋ ਰੂਲ ਨੇ, ਅਸੀਂ ਉਹ ਫੋਲੋ ਕਰ ਰਹੇ ਹਾਂ। ਉਸ ਤੋਂ ਬਾਅਦ ਫਿਰ ਸਾਡਾ ਕੱਲ ਸਾਰਾ ਦਿਨ ਸੰਗਰੂਰ ਦੇ ਵਿੱਚ ਪ੍ਰੋਟੈਸਟ ਰਿਹਾ, CM ਕੋਠੀ ਦੇ ਬਾਹਰ। ਤਾਂ ਉੱਥੇ ਵੀ ਸਾਨੂੰ ਉਹਨਾਂ ਨੇ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਤੁਹਾਡਾ ਸਵੇਰੇ ਤੋਂ ਇਹ ਹੱਲ ਕਰ ਦਿੱਤਾ ਜਾਵੇਗਾ, ਜੋ ਤੁਹਾਡਾ PS ਟੈਟ ਵਾਲੀ ਸ਼ਰਤ ਹਟਾ ਦਿੱਤੀ ਜਾਵੇਗੀ ਤੇ ਤੁਹਾਡੀਆਂ ਲਿਸਟਾਂ ਜਾਰੀ ਕਰ ਦਿੱਤੀਆਂ ਜਾਣਗੀਆਂ। ਪਰ ਜਦੋਂ ਸਾਨੂੰ ਲਾਸਟ ਦੇ ਵਿੱਚ ਕੋਈ ਰਿਸਪੌਂਸ ਨਾ ਮਿਲਿਆ ਤਾਂ ਅਸੀਂ ਮਜਬੂਰ ਹੋ ਕੇ ਅੱਜ ਸਾਡੇ ਤੀਜੇ ਦਿਨ ਦੇ ਵਿੱਚ ਅਸੀਂ ਇੱਥੇ ਬੈਠੇ ਹਾਂ ਤੇ ਅਸੀਂ ਇੱਥੇ ਹੀ ਬੈਠਾ ਰਹਿਣਾ ਹੈ। ਅਸੀਂ ਸ਼ਾਂਤਮਈ ਤਰੀਕੇ ਨਾਲ ਬੈਠੇ ਹਾਂ। ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਸਾਡੀ ਮੰਗ ਜਲਦੀ ਤੋਂ ਜਲਦੀ ਪੂਰੀ ਕੀਤੀ ਜਾਵੇ, ਤਾਂ ਕਿ ਅਸੀਂ ਕਿਸੇ ਹੋਰ ਸਟੈਪ ਵੱਲ ਨਾ ਸੋਚ ਸਕੀਏ। ਸੋ ਸਾਡਾ ਵੀ ਕੋਈ ਇਹ ਇਰਾਦਾ ਨਹੀਂ ਹੈ ਕਿ ਅਸੀਂ ਸਰਕਾਰ ਨੂੰ ਤੰਗ ਕਰੀਏ ਜਾਂ ਹੋਰ ਚੀਜ਼ਾਂ ਦੇ ਵਿੱਚ ਕੀ ਹੈ ਤੰਗ ਕਰੀਏ। ਅਸੀਂ ਸਕੂਲਾਂ ਦੇ ਵਿੱਚ ਸਰਕਾਰ ਦਾ ਸਾਥ ਦਈਏ, ਕਿਉਂਕਿ ਭਗਵੰਤ ਮਾਨ ਸਾਰਾ
ਹਰੇਕ ਥਾਂ ਕਹਿੰਦੇ ਨੇ ਵੀ ਅਸੀਂ ਖੇਡਾਂ ਨੂੰ ਉੱਪਰ ਚੁੱਕਣਾ, ਡੀਪੀਪੀਟੀ ਭਰਤੀ ਕਰਨੇ ਆ, ਤੇ ਇਹ ਡੀਪੀਪੀਟੀ ਉਹੀ ਨੇ ਜਿਨ੍ਹਾਂ ਨੇ ਨੰਬਰ ਵੀ ਲੈਤੇ ਨੇ ਤੇ ਖੇਡੇ ਵੀ ਹੋਏ। ਇਹਨਾਂ ਦੇ ਵਿੱਚੋਂ ਬਹੁਤ ਸਾਰੇ ਸਟੇਟ ਲੈਵਲ ਦੇ, ਨੈਸ਼ਨਲ ਲੈਵਲ ਦੇ, ਇੰਟਰਨੈਸ਼ਨਲ ਲੈਵਲ ਦੇ ਪਲੇਅਰ ਵੀ ਬੈਠੇ ਨੇ। ਸੋ ਸਾਨੂੰ ਬੇਨਤੀ ਹੈ ਕਿ ਅਸੀਂ ਸਕੂਲਾਂ ਦੇ ਵਿੱਚ ਜਾਈਏ ਤੇ ਸਕੂਲਾਂ ਦੇ ਵਿੱਚ ਜਾ ਕੇ ਆਪਣੀ ਜ਼ਿੰਮੇਵਾਰੀ ਨਿਭਾਈਏ ਤੇ ਪੰਜਾਬ ਸਰਕਾਰ ਦਾ ਸਾਥ ਦਈਏ। ਇੱਕ ਗੈਂਗਸਟਰ ਤੇ ਨਸ਼ਿਆਂ ਦੇ ਵਿੱਚੋਂ ਕੱਢ ਕੇ ਅਸੀਂ ਜੋ ਕੀ ਹੈ ਆਪਣੇ ਬੱਚਿਆਂ ਨੂੰ ਸੇਧ ਦੇ ਸਕੀਏ। ਸਾਡੀਆਂ ਇਸ ਕਰਕੇ ਲਿਸਟਾਂ ਜਲਦ ਤੋਂ ਜਲਦ ਜਾਰੀ ਕੀਤੀਆਂ ਜਾਣ, ਸਾਡੀ ਇਹੀ ਸਰਕਾਰ ਨੂੰ ਬੇਨਤੀ ਹੈ। ਅਧਿਆਪਕ ਕਿਹੜੇ-ਕਿਹੜੇ ਸ਼ਹਿਰ ਤੋਂ ਇੱਥੇ ਪਹੁੰਚੇ ਹੋਏ ਨੇ? ਇੱਥੇ ਅਲੱਗ-ਅਲੱਗ ਸ਼ਹਿਰ ਤੋਂ, ਜਿਵੇਂ ਪੰਜਾਬ ਦੇ ਵਿੱਚ 23 ਡਿਸਟ੍ਰਿਕਟ ਨੇ, ਉਹਨਾਂ ਦੇ ਵਿੱਚੋਂ ਸ੍ਰੀ ਅੰਮ੍ਰਿਤਸਰ ਸਾਹਿਬ, ਮੁਕਤਸਰ ਸਾਹਿਬ, ਮਾਨਸਾ, ਬਠਿੰਡਾ, ਜਲੰਧਰ, ਜਿੰਨੇ ਵੀ ਅਲੱਗ-ਅਲੱਗ ਕੀ ਹੈ ਸਿਲੈਕਟ ਹੋਏ ਨੇ ਕੈਂਡੀਡੇਟ, ਤਾਂ ਉਸ ਦੇ ਵਿੱਚੋਂ ਮਹਿਲਾ ਅਧਿਆਪਕ ਵੀ ਨੇ ਤੇ ਦੂਸਰੇ ਸਾਡੇ ਸਾਥੀ ਸਾਰੇ ਅਧਿਆਪਕ ਪਹੁੰਚੇ ਹੋਏ ਨੇ। ਤਾਂ ਤੁਹਾਡੇ ਵੱਲੋਂ ਪਹੁੰਚ ਕੀਤੀ ਗਈ, ਅੰਦਰ ਕਿਸੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿਸੇ ਅਧਿਕਾਰੀ ਨਾਲ, ਜਾਂ ਤੁਹਾਨੂੰ ਆਸ਼ਵਾਸਨ ਦਿਵਾਇਆ ਗਿਆ ਹੋਵੇ ਕਿਸੇ ਵੱਲੋਂ ਕਿ ਜਿਹੜੀ ਤੁਹਾਡੀ ਸਿਲੈਕਸ਼ਨ ਲਿਸਟ ਹੈ ਉਹ ਜਲਦ ਜਾਰੀ ਕਰ ਦੇਵਾਂਗੇ? ਸਾਡੇ ਕੋਲੋਂ ਅੱਜ ਵੀ ਅਸੀਂ ਆ ਕੇ ਇੱਥੇ ਜੋ ਹਰਪ੍ਰੀਤ ਸਿੰਘ ਨੇ, ਰਿਸਪੈਕਟਡ ਸਰ ਹਰਪ੍ਰੀਤ ਸਿੰਘ ਨੇ, ਇਹ ਭਰਤੀ ਬੋਰਡ ਦੇ, ਉਹਨਾਂ ਨੂੰ ਅਸੀਂ ਅੱਜ ਵੀ, ਉਹਨਾਂ ਨੇ ਕਿਹਾ ਕਿ ਉਹ ਕੋਰਟ ਕੇਸ ਦੇ ਵਿੱਚ ਕੋਈ ਕਿਸੇ ਕੰਮ ਤੇ ਗਏ ਹੋਏ ਆ, ਉਹ ਇੱਕ ਘੰਟੇ ਤੱਕ 2 ਘੰਟੇ ਤੱਕ ਉਹਨਾਂ ਦੀ ਵੇਟ ਕਰੋ, ਉਹ ਆ ਜਾਣਗੇ। ਸੋ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ, ਉਹਨਾਂ ਦੀ ਅਸੀਂ ਵੇਟ ਕਰ ਰਹੇ ਹਾਂ। ਹੋਰ ਸਾਨੂੰ ਹਜੇ ਇੱਥੋਂ ਕੋਈ ਵੀ ਰਿਸਪੌਂਸ ਨਹੀਂ ਮਿਲਿਆ। ਜੀ ਠੀਕ ਹੈ, ਧੰਨਵਾਦ। ਸੋ ਜਿਹੜੇ ਅਧਿਆਪਕ ਨੇ ਇੱਥੇ ਭੁੰਜੇ ਬੈਠੇ ਹੋਏ ਨੇ ਕੜਾਕੇ ਦੀ ਠੰਡ ਦੇ ਵਿੱਚ, ਸੋ ਸਿਲੈਕਸ਼ਨ ਲਿਸਟ ਜਾਰੀ ਕਰਨ ਦੀ ਇਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ। ਵੱਖ-ਵੱਖ ਸ਼ਹਿਰਾਂ ਤੋਂ ਜਿਹੜੇ ਅਧਿਆਪਕ ਨੇ ਇੱਥੇ ਪਹੁੰਚੇ ਹੋਏ ਨੇ। ਤਸਵੀਰ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ, ਮੋਹਾਲੀ ਦੇ ਸਰਕਾਰੀ ਸਕੂਲ ਦੀ ਹੈ। ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਦਫ਼ਤਰ ਦੇ ਬਾਹਰ ਜਿਹੜੇ ਨੇ ਇਹ ਸ਼ਾਂਤਮਈ ਤਰੀਕੇ ਨਾਲ ਧਰਨਾ ਪ੍ਰਦਰਸ਼ਨ ਕਰ ਰਹੇ ਨੇ। ਹਾਲਾਂਕਿ ਡਾਇਰੈਕਟਰ ਆਫ ਫਿਜ਼ੀਕਲ ਐਜੂਕੇਸ਼ਨ ਦੀਆਂ ਜਿਹੜੀ ਸਿਲੈਕਸ਼ਨ ਦੀਆਂ ਲਿਸਟਾਂ ਨੇ ਉਹ ਜਾਰੀ ਕਰਨ ਦੀ ਮੰਗ ਕਰ ਰਹੇ ਨੇ। ਕੈਮਰਾਮੈਨ ਅਜੇ ਨਾਲ ਮੈਂ ਅਕਸ਼ਦੀਪ ਸਿੰਘ, ਔਨ 에ਅਰ, ਚੰਡੀਗੜ੍ਹ।